ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਮੈਂ ਸ਼ਹਿਨਾਜ਼ ਸਿੱਧੂ, ਸਰਕਾਰੀ ਹਾਈ ਸਕੂਲ ਗਿੱਦੜ ਬਠਿੰਡਾ ਤੋਂ। ਅੱਜ ਆਪਾਂ ਸਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਪਾਠ ਦੂਜਾ ਪੇਮੀ ਦੇ ਨਿਆਣੇ ਉਹਦੇ ਬਾਰੇ ਗੱਲ ਕਰਾਂਗੇ। ਇਹ ਇੱਕ ਕਹਾਣੀ ਹੈ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਲਿਖੀ ਹੋਈ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋੜ ਵੀ ਕਿਹਾ ਜਾਂਦਾ। ਜਿਸ ਤਰ੍ਹਾਂ ਨਾਲ ਸਾਰੇ ਰੁੱਖਾਂ ਦੇ ਵਿੱਚ ਬੋੜ ਰੁੱਖ ਦੀ ਵਿਸ਼ਾਲਤਾ ਤੋਂ ਆਪਾਂ ਜਾਣੂ ਹੈ, ਉਵੇਂ ਪੰਜਾਬੀ ਦੇ ਵਿੱਚ ਸਾਰੇ ਸਾਹਿਤਕਾਰਾਂ ਦੇ ਵਿੱਚੋਂ ਵਿਸ਼ਾਲ ਕੱਦ ਹੈ ਜਿਹੜਾ ਉਹ ਸੰਤ ਸਿੰਘ ਸੇਖੋਂ ਦਾ ਮੰਨਿਆ ਜਾਂਦਾ, ਕਿਉਂਕਿ ਇਹਨਾਂ ਨੇ ਸਾਹਿਤ ਦੇ ਹਰ ਰੂਪ ਤੇ ਆਪਣੀ ਕਲਮ ਹੈ ਜਿਹੜੀ ਉਹ ਅਜ਼ਮਾਈ ਹੈ। ਸਾਹਿਤ ਦੇ ਰੂਪਾਂ ਬਾਰੇ ਆਪਾਂ ਅੱਗੇ ਪੜਾਂਗੇ ਵੱਡੀ ਕਲਾਸ ਦੇ ਵਿੱਚ। ਬਸ ਤੁਸੀਂ ਇੰਨਾ ਯਾਦ ਰੱਖਣਾ ਹੈ ਕਿ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਕਹਾਣੀਆਂ ਵੀ ਲਿਖੀਆਂ, ਨਾਵਲ ਵੀ ਲਿਖੇ, ਇਕਾਂਗੀ ਵੀ ਲਿਖੀ, ਆਲੋਚਨਾ ਵੀ ਕੀਤੀ। ਆਪਣੇ ਸਿਲੇਬਸ ਦੇ ਵਿੱਚ, ਆਪਣੀ ਪਾਠ ਪੁਸਤਕ ਦੇ ਵਿੱਚ ਉਹਨਾਂ ਦੀ ਇੱਕ ਕਹਾਣੀ ਸ਼ਾਮਿਲ ਕੀਤੀ ਗਈ ਹੈ, ਪੇਮੀ ਦੇ ਨਿਆਣੇ। ਇਸ ਕਹਾਣੀ ਦੇ ਵਿੱਚ ਕਹਾਣੀਕਾਰ ਹੈ ਜਿਹੜਾ ਆਪਾਂ ਨੂੰ ਇਹ ਦੱਸਣੀ ਚਾਹੁੰਦਾ ਹੈ ਕਿ ਬੱਚਿਆਂ ਦੇ ਮਨ ਦੇ ਵਿੱਚ ਆਪਣੀ ਮਾਂ ਦੇ ਲਈ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ। ਜਦੋਂ ਕੋਈ ਹੋਰ ਆਸਰਾ ਨਹੀਂ ਦਿਖਦਾ ਤਾਂ ਬੱਚਿਆਂ ਨੂੰ ਇਉਂ ਲੱਗਦਾ ਹੈ ਕਿ ਸਾਡੀ ਮਾਂ ਹੈ ਜਿਹੜੀ ਉਹ ਸਾਡੇ ਲਈ ਸਭ ਤੋਂ ਵੱਡਾ ਆਸਰਾ ਹੈ। ਕੋਈ ਦੁੱਖ ਤਕਲੀਫ ਹੋਵੇ, ਕੋਈ ਡਰ ਹੋਵੇ, ਜਦੋਂ ਅਸੀਂ ਆਪਣੇ ਮਨ ਦੇ ਵਿੱਚ ਆਪਣੀ ਮਾਂ ਦੀ ਤਸਵੀਰ ਲਿਆਉਂਦੇ ਹਾਂ, ਉਹ ਕਲਪਨਾ ਕਰਦੇ ਹਾਂ, ਤਾਂ ਅਸੀਂ ਸਾਰੇ ਡਰ, ਚਿੰਤਾਵਾਂ, ਫਿਕਰ ਉਹਨਾਂ ਤੋਂ ਮੁਕਤ ਹੋ ਜਾਂਦੇ ਹਾਂ, ਕਿਉਂਕਿ ਮਾਂ ਦਾ ਪ੍ਰਭਾਵ ਹੈ ਜਿਹੜਾ ਉਹ ਸਾਡੀ ਸ਼ਖਸੀਅਤ ਤੇ ਇੰਨਾ ਜ਼ਿਆਦਾ ਹੁੰਦਾ ਹੈ। ਹੁਣ ਇਹ ਦੋ ਬੱਚਿਆਂ ਦੀ ਕਹਾਣੀ ਹੈ। ਕਹਾਣੀਕਾਰ ਆਪ ਇਸ ਕਹਾਣੀ 'ਚ ਸ਼ਾਮਿਲ ਹੈ। ਉਹ ਆਪਦੀ ਕਹਾਣੀ ਸੁਣਾਉਂਦਾ ਹੈ। ਉਹਦੀ ਉਮਰ ਉਦੋਂ 7 ਸਾਲ ਦੀ ਸੀ ਤੇ ਉਹਦੀ ਭੈਣ ਹੈ ਜਿਹੜੀ ਉਹ 11 ਸਾਲ ਦੀ ਸੀ। ਹੁਣ ਕਹਾਣੀਕਾਰ ਕਹਿੰਦਾ ਹੈ ਵੀ ਅਸੀਂ ਦੋਨੇ ਭੈਣ ਭਰਾ ਹੈ ਜਿਹੜੇ ਉਹ ਖੇਤ ਰੋਟੀ ਦੇਣ ਜਾਂਦੇ ਹੁੰਦੇ ਸੀ। ਹੁਣ ਬੇਟਾ ਅੱਜ ਹੈ ਜਿਹੜਾ ਉਹ ਸਮਾਂ ਬਦਲ ਗਿਆ। ਆਪਾਂ ਇਸ ਕਹਾਣੀ ਨੂੰ ਥੋੜਾ ਜਿਹਾ ਪਿੱਛੇ ਵਾਲੇ ਸਮੇਂ ਦੇ ਅਨੁਸਾਰ ਸਮਝਣਾ। ਅੱਜ ਤਾਂ ਅਸੀਂ ਸਕੂਟਰ ਚੱਕਦੇ ਆਂ, ਰੋਟੀ ਦੇਣ ਜਾਣਾ, ਖੇਤ ਚਲੇ ਜਾਂਦੇ ਆ, ਜਾਂ ਅਸੀਂ ਫੋਨ ਕਰ ਦਿੰਨੇ ਆ, ਜੇ ਖੇਤੋਂ ਕੋਈ ਵਿਹਲਾ ਉਹੀ ਘਰੋਂ ਆ ਕੇ ਰੋਟੀ ਲੈ ਜਾਂਦਾ। ਇਹ ਅੱਜ ਦੇ ਸਮੇਂ ਦੀ ਨਹੀਂ, ਇਹ ਪੁਰਾਣੇ ਸਮੇਂ ਦੀ ਗੱਲ ਹੈ। ਉਦੋਂ ਕਹਾਣੀਕਾਰ ਕਹਿੰਦਾ ਹੈ ਵੀ ਸਾਡੇ ਲਈ ਇਹ ਸਭ ਤੋਂ ਔਖਾ ਕੰਮ ਹੁੰਦਾ ਸੀ ਦਿਨ ਦਾ, ਖੇਤ ਰੋਟੀ ਦੇ ਕੇ ਜਾਣਾ। ਉਹ ਕਿਉਂਕਿ ਵਿਚਕਾਰ ਪਿੰਡ ਦੇ ਤੇ ਖੇਤ ਦੇ ਵਿਚਕਾਰ ਇੱਕ ਸੜਕ ਲੰਘਦੀ ਸੀ, ਜਰਨੈਲੀ ਸੜਕ, ਤੇ ਉਹਦੇ ਉੱਤੋਂ ਦੀ ਬਹੁਤ ਓਪਰੇ ਲੋਕ, ਰਾਸ਼ੇ, ਜਾਂਗਲੀ, ਪਠਾਨ ਜਿਹੜੇ ਆ ਉਹ ਲੰਘਦੇ ਰਹਿੰਦੇ ਸੀ, ਤੇ ਸਾਡੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਡਰ ਹੁੰਦਾ ਸੀ। ਸਾਨੂੰ ਲੱਗਦਾ ਸੀ ਵੀ ਸਾਰੇ ਬਹੁਤ ਓਪਰੇ ਲੋਕ ਹੈ, ਸਾਨੂੰ ਚੱਕ ਕੇ ਲੈ ਜਾ ਸਕਦੇ ਆ ਜਾਂ ਸਾਨੂੰ ਨੁਕਸਾਨ ਪਹੁੰਚਾ ਸਕਦੇ ਆ। ਤਾਂ ਜਿਹੜਾ ਕਹਾਣੀਕਾਰ ਹੈ ਉਹ ਸਾਨੂੰ ਇਹ ਦੱਸਦਾ ਹੈ ਵੀ ਉਹਨਾਂ ਦੇ ਮਨ ਹੈ ਜਿਹੜੇ ਕੋਮਲ ਮਨ, ਉਹਨਾਂ ਓਪਰੇ ਵਿਅਕਤੀਆਂ ਤੋਂ ਬਹੁਤ ਡਰੇ ਹੁੰਦੇ ਸੀ। ਤਾਂ ਕਹਾਣੀਕਾਰ ਕਹਿੰਦਾ ਹੈ ਵੀ ਜੇ ਤਾਂ ਸਾਨੂੰ ਕੋਈ ਆਸੇ ਪਾਸਿਓਂ ਮਿਲ ਜਾਂਦਾ, ਪਿੰਡ ਵਾਲੇ ਪਾਸਿਓਂ ਕੋਈ ਆਉਂਦਾ ਜਿਹਨੇ ਖੇਤ ਨੂੰ ਜਾਣਾ ਹੁੰਦਾ ਸੀ, ਕੋਈ ਵੱਡਾ ਵਿਅਕਤੀ, ਫਿਰ ਤਾਂ ਅਸੀਂ ਆਰਾਮ ਨਾਲ ਪਿੰਡ ਰੋਟੀ ਲੈ ਕੇ ਪਿੰਡੋਂ ਚਲੇ ਜਾਂਦੇ ਸੀ ਖੇਤ ਨੂੰ। ਪਰ ਜੇ ਕੋਈ ਨਾ ਮਿਲਦਾ ਤਾਂ ਸਾਡੀ ਜਾਨ ਸੁੱਕਦੀ ਰਹਿੰਦੀ। ਇੱਕ ਉਹ ਕਹਿੰਦਾ ਉਸ ਸਮੇਂ ਸਾਨੂੰ ਸਾਡੇ ਘਰ ਦੇ ਅਜਿਹੀ ਧਾਰਮਿਕ ਸਿੱਖਿਆ ਦਿੰਦੇ ਸੀ ਵੀ ਸਾਡੇ ਮਨ ਦੇ ਵਿੱਚ ਸਵਰਗ, ਨਰਕ, ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਬੜੀਆਂ ਭਾਰੂ ਹੁੰਦੀਆਂ ਸੀ। ਤਾਂ ਇਹੋ ਜਿਹੇ ਮਾਹੌਲ 'ਚੋਂ ਕਹਿੰਦੇ ਸਾਡੇ ਲਈ ਬਸ ਇੱਕ ਖੇਡਣਾ ਹੀ ਸਵਰਗ ਸੀ। ਬਾਕੀ ਗੱਲਾਂ ਜਿਹੜੀਆਂ ਨੇ, ਜਿਵੇਂ ਕਿ ਮਦਰਸੇ ਜਾਣਾ ਜਾਂ ਖੇਤ ਰੋਟੀ ਲੈ ਕੇ ਜਾਣਾ, ਇਹ ਸਾਡੇ ਲਈ ਨਰਕ ਵਾਲੀ ਗੱਲ ਸੀ। ਮਦਰਸਾ ਹੈ ਜਿਹੜਾ ਉਹ ਪੁਰਾਣਾ ਸਕੂਲ। ਹੁਣ ਲੇਖਕ ਹੈ ਜਿਹੜਾ ਉਹ ਇਸ ਲਈ ਉਹਨੂੰ ਨਰਕ ਕਹਿੰਦਾ ਹੈ ਕਿਉਂਕਿ ਉਦੋਂ ਵਾਲੇ ਸਕੂਲ ਹੁਣ ਵਾਲੇ ਸਕੂਲਾਂ ਵਰਗੇ ਨਹੀਂ ਸੀ। ਉਦੋਂ ਬਹੁਤ ਸਖਤ ਮਾਹੌਲ ਹੁੰਦਾ ਸੀ।
ਹੁਣ ਬੱਚੇ ਆ ਜਿਹੜੇ ਉਹ ਸਕੂਲ ਜਾ ਕੇ ਖੇਡਦੇ ਆ, ਅਧਿਆਪਕਾਂ ਨਾਲ ਆਪਦੇ ਮਨ ਦੀ ਗੱਲ ਕਰਦੇ ਆ, ਆਪਦੀ ਪਰੇਸ਼ਾਨੀ ਦੱਸਦੇ ਆ। ਉਦੋਂ ਸਖਤ ਮਾਹੌਲ ਹੋਣ ਕਰਕੇ ਇਸ ਤਰ੍ਹਾਂ ਦਾ ਜਿਹੜੀ ਕੋਈ ਵੀ ਆਪਣੀ ਭਾਵਨਾ ਹੈ ਉਹ ਬੱਚੇ ਦੱਸ ਨਹੀਂ ਸੀ ਸਕਦੇ ਅਧਿਆਪਕਾਂ ਦੇ ਅੱਗੇ, ਤਾਂ ਉਹਨਾਂ ਨੂੰ ਉਹ ਨਰਕ ਵਰਗਾ ਲੱਗਦਾ ਸੀ। ਹੁਣ ਕਹਾਣੀਕਾਰ ਕਹਿੰਦਾ ਕਿ ਖੇਤ ਜਾਣਾ ਤਾਂ ਸਾਨੂੰ ਸਵਰਗ ਵਰਗਾ ਲੱਗਦਾ ਸੀ, ਪਰ ਖੇਤ ਤੱਕ ਪਹੁੰਚਣ ਵਾਲਾ ਜਿਹੜਾ ਰਾਹ ਹੈ ਉਹ ਨਰਕ ਸੀ। ਹੁਣ ਰਾਹ ਦੇ ਵਿੱਚ ਫਿਰ ਉਹ ਕੀ ਕਰਦੇ, ਕੰਮ ਤਾਂ ਉਹਨਾਂ ਨੂੰ ਇਹ ਕਰਨਾ ਹੀ ਪੈਣਾ ਸੀ। ਘਰ ਦੇ ਉਹਨਾਂ ਨੂੰ ਭੇਜਦੇ ਸੀ ਬੱਚਿਆਂ ਨੂੰ ਕਿ ਜਾਓ ਤੁਸੀਂ ਇਹ ਕੰਮ ਬਈ ਕਰਕੇ ਆਓ। ਹੁਣ ਉਹ ਕਹਿੰਦੇ ਜਿਵੇਂ ਤਿਵੇਂ ਅਸੀਂ ਘਰੋਂ ਹੌਸਲਾ ਕਰਕੇ ਤਾਂ ਚੱਲ ਪੈਂਦੇ ਤੇ ਰਾਹ ਦੇ ਵਿੱਚ ਕੋਈ ਨਾ ਕੋਈ ਤਰਕੀਬਾਂ ਬਣਾਉਂਦੇ ਜਾਂਦੇ ਕਿ ਕਿਵੇਂ ਆਪਾਂ ਉਹ ਸੜਕ ਪਾਰ ਕਰਾਂਗੇ। ਇੱਕ ਦਿਨ ਦੀ ਗੱਲ ਸੁਣਾਉਂਦਾ ਕਹਾਣੀਕਾਰ ਕਿ ਸਿਆਲ ਦੀ ਰੁੱਤ ਸੀ, ਮੈਂ ਤੇ ਮੇਰੀ ਭੈਣ ਹੈ ਜਿਹੜੇ ਅਸੀਂ ਚੱਲ ਪਏ ਘਰੋਂ ਖੇਤ ਰੋਟੀ ਦੇਣ। ਤਾਂ ਜਦੋਂ ਸੜਕ ਹੈ ਜਿਹੜੀ ਉੱਤੋਂ ਅਸੀਂ ਥੋੜਾ ਜਿਹਾ ਉਰੇ ਰਹਿ ਗਏ ਤਾਂ ਸਾਡਾ ਡਰ ਮਨ ਦੇ ਵਿੱਚ ਵੱਧ ਗਿਆ ਵੀ ਹੁਣ ਸੜਕ ਪਾਰ ਕਰਨੀ ਪੈਣੀ ਹੈ। ਤਾਂ ਮੇਰੀ ਭੈਣ ਨੇ ਇੱਕ ਤਰਕੀਬ ਸੋਚੀ, ਉਹਨੇ ਮੈਨੂੰ ਕਹਾਣੀ ਸੁਣਾਉਣੀ ਸ਼ੁਰੂ ਕਰਤੀ। ਸਾਡੇ ਦੋਹਾਂ ਦੇ ਮਨ ਦੇ ਵਿੱਚ ਇਹੀ ਸੀ ਵੀ ਕਹਾਣੀ ਸੁਣਦੇ ਸੁਣਦੇ, ਕਹਾਣੀ ਦੇ ਲਾਲਚ ਲੱਗੇ ਲੱਗੇ ਅਸੀਂ ਸੜਕ ਪਾਰ ਕਰ ਜਾਾਂਗੇ। ਪਰ ਨਾਲ ਹੀ ਕਹਾਣੀਕਾਰ ਇਹ ਵੀ ਦੱਸਦਾ ਕਿ ਸਾਨੂੰ ਇਹ ਗੱਲ ਦਾ ਪਤਾ ਸੀ ਕਿ ਦਿਨੇ ਕਹਾਣੀਆਂ ਸੁਣਾਉਣੀਆਂ ਚੰਗੀ ਗੱਲ ਨਹੀਂ ਹੁੰਦੀ। ਸਾਨੂੰ ਸਾਡੇ ਵੱਡੇ ਕਹਿ ਦਿੰਦੇ ਆ ਨਾ ਕਈ ਵਾਰ, ਦਿਨੇ ਨਹੀਂ ਬਾਤ ਪਾਈ ਦੀ, ਮਾਮਾ ਰਾਹ ਭੁੱਲ ਜਾਂਦਾ। ਉਹੀ ਗੱਲ ਹੈ ਜਿਹੜੀ ਉਹ ਕਹਾਣੀਕਾਰ ਦੇ ਮਨ ਦੇ ਵਿੱਚ ਵੀ ਸੀ। ਪਰ ਉਹਨਾਂ ਨੇ ਤਾਂ ਫਿਰ ਸੜਕ ਪਾਰ ਕਰਨੀ ਸੀ। ਇਸ ਲਈ ਭੈਣ ਹੈ ਜਿਹੜੀ ਉਹ ਕਹਾਣੀ ਸੁਣਾਉਂਦੀ ਹੈ। ਇੱਕ ਰਾਜਾ ਸੀ, ਇੱਕ ਰਾਣੀ ਸੀ। ਰਾਣੀ ਬੜੀ ਬਿਮਾਰ ਹੋ ਗਈ, ਉਹ ਮਰਨ ਲੱਗੀ ਸੀ। ਉਹਨੇ ਰਾਜੇ ਨੂੰ ਕਿਹਾ ਕਿ ਮੈਨੂੰ ਕੋਈ ਵਚਨ ਦੇ ਇੱਕ, ਕਿ ਮੇਰੇ ਮਰਨ ਤੋਂ ਬਾਅਦ ਤੂੰ ਦੂਜਾ ਵਿਆਹ ਨਹੀਂ ਕਰਵਾਏਂਗਾ, ਕਿਉਂਕਿ ਮੇਰੇ ਬੱਚੇ ਆ ਜਿਹੜੇ ਉਹਨਾਂ ਨੂੰ ਮਤਰੇਈ ਮਾਂ ਤੰਗ ਕਰੂ। ਹੁਣ ਲੇਖਕ ਤੇ ਉਹਦੀ ਭੈਣ ਕਹਾਣੀ ਦੇ ਸੁਣਦੇ ਸੁਣਦੇ, ਕਹਾਣੀ ਸੁਣਾਉਂਦੇ ਸੁਣਾਉਂਦੇ ਅਗਾਂਹ ਤੁਰੇ ਜਾਂਦੇ ਸੀ। ਪਰ ਉਹਨਾਂ ਦਾ ਮਨ ਹੈ ਜਿਹੜਾ ਉਹ ਕਹਾਣੀ ਵਿੱਚ ਉਵੇਂ ਨਹੀਂ ਸੀ ਲੱਗਿਆ ਹੋਇਆ। ਕਿਉਂ? ਕਿਉਂਕਿ ਡਰ ਹੈ ਜਿਹੜਾ ਉਹ ਬੜਾ ਭਾਰੂ ਸੀ। ਜਿਵੇਂ ਜਿਵੇਂ ਤੁਰੇ ਜਾਂਦੇ ਸੀ ਸੜਕ ਨੇੜੇ ਆਈ ਜਾਂਦੀ ਸੀ, ਉਹ ਤਾਂ ਪਿੱਛੇ ਮੁੜ ਮੁੜ ਕੇ ਦੇਖਦੇ ਸੀ, ਸ਼ਾਇਦ ਕੋਈ ਪਿੰਡ ਵੱਲੋਂ ਸਾਨੂੰ ਮਿਲ ਹੀ ਜਾਵੇ, ਕੋਈ ਵੱਡਾ ਆ ਜਾਵੇ ਤਾਂ ਉਹਦਾ ਆਸਰਾ ਲੈ ਕੇ ਅਸੀਂ ਸੜਕ ਹੀ ਪਾਰ ਕਰ ਲਈਏ। ਪਰ ਬੇਟਾ ਉਹਨਾਂ ਨੂੰ ਕੋਈ ਵੱਡਾ ਨਾ ਮਿਲਿਆ, ਪਿੰਡ ਵੱਲੋਂ ਕੋਈ ਨਹੀਂ ਸੀ ਆਉਂਦਾ। ਹੁਣ ਬਾਤ ਸੁਣਦੇ 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 ਸੜਕ ਦੇ ਨੇੜੇ ਪਹੁੰਚ ਗਏ ਤਾਂ ਅਚਾਨਕ ਉਹਨਾਂ ਦੀ ਨਿਗਾਹ ਜਿਹੜੀ ਸੜਕ ਦੇ ਨੇੜੇ ਦਰਖਤ ਦੇ ਹੇਠਾਂ ਪਏ ਇੱਕ ਵਿਅਕਤੀ ਤੇ ਪੈਂਦੀ ਹੈ। ਉਹਨਾਂ ਨੂੰ ਲੱਗਦਾ ਵੀ ਇਹ ਤਾਂ ਰਾਸ਼ ਹੈ, ਸੁੱਤਾ ਪਿਆ। ਹੁਣ ਕੀ ਕਰੀਏ? ਹੁਣ ਰਾਸ਼ਾ ਤਾਂ ਸਾਨੂੰ ਨੁਕਸਾਨ ਪਹੁੰਚਾਊ, ਚੱਕ ਕੇ ਵੀ ਲਿਜਾ ਸਕਦਾ। ਉਹ ਤਾਂ ਪਹਿਲਾਂ ਹੀ ਵਿਚਾਰੇ ਡਰੇ ਹੋਏ ਸੀ ਤੇ ਰਾਸ਼ੇ ਨੂੰ ਦੇਖ ਕੇ ਤਾਂ ਹੋਰ ਡਰ ਗਏ। ਹੁਣ ਲੇਖਕ ਹੈ ਜਿਹੜਾ ਉਹ ਕਹਿੰਦਾ ਮੈਂ ਵਾਹਿਗੁਰੂ 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 ਕਰਨ ਲੱਗ ਪਿਆ। ਤਾਂ ਮੇਰੀ ਭੈਣ ਮੈਨੂੰ ਕਹਿੰਦੀ ਹੈ ਕਿ ਵਾਹਿਗੁਰੂ ਦੇ ਨਾਂ ਤੋਂ ਤਾਂ ਭੂਤ ਪ੍ਰੇਤ ਹੀ ਡਰਦੇ ਆ, ਆਦਮੀ ਨਹੀਂ ਡਰਦੇ। ਤਾਂ ਕਹਾਣੀਕਾਰ ਵਿਚਾਰਾ ਤਾਂ ਰੋਣ ਲੱਗ ਪਿਆ, ਹੁਣ ਕੀ ਕਰੀਏ? ਖੇਤ ਰੋਟੀ ਦੇਣ ਤਾਂ ਜਾਣਾ ਹੀ ਪੈਣਾ, ਫਿਰ ਕੀ ਕੀਤਾ ਜਾਵੇ? ਫਿਰ ਬੇਟਾ ਉਹ ਪਿੱਛੇ ਦੇਖਦੇ, ਕਦੇ ਅੱਗੇ ਦੇਖਦੇ, ਪਤਾ ਨਾ ਲੱਗਦਾ ਉਹਨਾਂ ਨੂੰ। 5-7 ਮਿੰਟ ਉਹ ਰੁਕੇ, ਸ਼ਾਇਦ ਕੋਈ ਆ ਜੇ, ਪਰ ਕੋਈ ਨਾ ਆਇਆ। ਫਿਰ ਭੈਣ ਹੈ ਜਿਹੜੀ ਉਹਨੇ ਇੱਕ ਵਿਚਾਰ ਸੁਝਾਇਆ। ਉਹ ਆਪਦੇ ਭਰਾ ਨੂੰ ਕਹਿੰਦੀ, ਚੱਲ ਆਪਾਂ ਲੰਘ ਜਾਂਦੇ ਆ, ਆਪਾਂ ਕਹਿ ਦਾਂਗੇ ਸਾਨੂੰ ਨਾ ਫੜੀ, ਅਸੀਂ ਤਾਂ ਪੇਮੀ ਦੇ ਨਿਆਣੇ ਆ। ਤਾਂ ਇਹ ਗੱਲ ਹੈ ਜਿਹੜੀ ਉਹ ਕਹਾਣੀਕਾਰ ਦੇ ਵੀ ਮਨ ਨੂੰ ਲੱਗ ਜਾਂਦੀ ਹੈ। ਉਹ ਵੀ ਕਹਿੰਦਾ ਠੀਕ ਹੈ, ਇਹ ਆਪਾਂ ਇਹੀ ਕਹਿ ਦਾਂਗੇ ਕਿ ਅਸੀਂ ਤਾਂ ਪੇਮੀ ਦੇ ਨਿਆਣੇ ਆ। ਇਹ ਸੋਚ ਕੇ ਮਨ ਦੇ ਵਿੱਚ ਹੌਸਲਾ ਜਿਹਾ ਲਿਆ ਕੇ ਤੇ ਉਹ ਸੜਕ ਪਾਰ ਕਰ ਜਾਂਦੇ ਆ। ਹੁਣ ਇਹ ਤਾਂ ਆਪਣੀ ਕਹਾਣੀ ਸੀ ਬੇਟਾ, ਪੇਮੀ ਦੇ ਨਿਆਣੇ। ਤਾਂ ਫਿਰ ਪੇਮੀ ਕੌਣ ਸੀ? ਪੇਮੀ ਕਹਾਣੀਕਾਰ ਤੇ ਉਹਦੀ ਭੈਣ ਦੀ ਮਾਂ ਦਾ ਨਾਂ ਸੀ। ਹੁਣ ਉਹ ਆਪਣੀ ਮਾਂ ਦੇ ਨਾਂ ਦੇ ਆਸਰੇ ਨਾਲ ਹੀ ਸੜਕ ਪਾਰ ਕਰ ਜਾਂਦੇ ਆ।
ਇਹ ਉਹੀ ਸੜਕ ਹੈ ਜਿਹੜੀ ਉਹਨਾਂ ਨੂੰ ਭੈ ਸਾਗਰ ਲੱਗਦੀ ਹੈ। ਭੈ ਸਾਗਰ ਯਾਨੀ ਕਿ ਸਭ ਤੋਂ ਡਰਾਉਣਾ ਸਮੁੰਦਰ, ਜਿਹਨੂੰ ਉਹਨਾਂ ਨੂੰ ਪਾਰ ਕਰਕੇ ਹੀ ਖੇਤ ਜਾਣਾ ਪੈਣਾ ਹੈ। ਤਾਂ ਦੇਖੋ ਬੇਟਾ, ਮਾਂ ਦੇ ਨਾਂ ਦਾ ਆਸਰਾ ਲੈ ਕੇ ਉਹ ਇੰਨੇ ਡਰ ਦੇ ਵਿੱਚੋਂ ਹੌਸਲਾ ਕਰਕੇ ਅਗਾਂਹ ਵਧਦੇ ਹੈ ਤੇ ਸੜਕ ਹੈ ਜਿਹੜੀ ਉਸ ਨੂੰ ਪਾਰ ਕਰਕੇ ਖੇਤ ਪਹੁੰਚ ਜਾਂਦੇ ਹੈ। ਠੀਕ ਹੈ, ਤਾਂ ਇਸ ਕਹਾਣੀ ਦੇ ਵਿੱਚ ਜਿਹੜਾ ਆਪਣਾ ਕਹਾਣੀਕਾਰ ਹੈ ਉਹ ਆਪਾਂ ਨੂੰ ਇਹ ਦੱਸਦਾ ਹੈ ਕਿ ਮਾਂ ਹੈ ਜਿਹੜੀ ਉਹ ਬੱਚੇ ਦੇ ਲਈ ਜ਼ਿੰਦਗੀ ਦੇ ਵਿੱਚ ਸਾਰੇ ਰਿਸ਼ਤਿਆਂ ਨਾਲੋਂ ਵੱਧ ਮਹੱਤਵ ਰੱਖਦੀ ਹੈ। ਉਹ ਆਪਣੀ ਪਰਵਰਿਸ਼ ਤਾਂ ਕਰਦੀ ਹੈ, ਪਰ ਆਪਾਂ ਨੂੰ ਨਾਲ ਨਾਲ ਬਹੁਤ ਵੱਡਾ ਬਲ ਤੇ ਹੌਸਲਾ ਵੀ ਬਖਸ਼ਦੀ ਹੈ। ਅੱਗੇ ਬੇਟਾ ਇਸ ਕਹਾਣੀ ਦਾ ਅਭਿਆਸ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਅਭਿਆਸ ਦੇ ਵਿੱਚ ਦਿੱਤਾ ਹੋਇਆ ਜਿਹੜਾ ਦੂਜਾ ਪ੍ਰਸ਼ਨ ਹੈ, ਔਖੇ ਸ਼ਬਦਾਂ ਦੇ ਅਰਥ, ਉਹ ਪੜ੍ਹਨੇ ਆ। ਜਦੋਂ ਅਸੀਂ ਉਹ ਪੜ੍ਹ ਲਏ ਤਾਂ ਸਾਨੂੰ ਕਹਾਣੀ ਚੰਗੀ ਤਰ੍ਹਾਂ ਨਾਲ ਸਮਝ ਆ ਜਾਊਗੀ। ਉਹ ਪੜ੍ਹ ਕੇ ਫਿਰ ਕਹਾਣੀ ਪੜ੍ਹਨੀ ਹੈ। ਉਸ ਤੋਂ ਬਾਅਦ ਅਸੀਂ ਪਹਿਲਾ ਪ੍ਰਸ਼ਨ ਹੈ ਜਿਹੜਾ ਜਿਹਦੇ ਵਿੱਚ ਅਭਿਆਸ ਦੇ ਪ੍ਰਸ਼ਨ ਸ਼ਾਮਿਲ ਕੀਤੇ ਹੋਏ ਹੈ, ਉਹ ਹੱਲ ਕਰਨਾ। ਉਹਦੇ ਵਿੱਚ ਪਹਿਲਾ ਪ੍ਰਸ਼ਨ ਹੈ, ਲੇਖਕ ਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਕਿੱਥੇ ਜਾਣਾ ਪੈਂਦਾ ਸੀ ਤੇ ਕਿਉਂ? ਹੁਣ ਲੇਖਕ ਤੇ ਉਸ ਦੀ ਭੈਣ ਨੂੰ ਬਚਪਨ ਦੇ ਵਿੱਚ ਖੇਤ ਰੋਟੀ ਦੇਣ ਜਾਣਾ ਪੈਂਦਾ ਸੀ। ਕਿਉਂ ਜਾਣਾ ਪੈਂਦਾ ਸੀ? ਕਿਉਂਕਿ ਖੇਤ ਕਾਮੇ ਸੀਗੇ, ਉਹ ਕੰਮ ਕਰਦੇ ਸੀ ਤੇ ਉਹਨਾਂ ਨੂੰ ਦਿਨ ਦੇ ਵਿੱਚ ਇੱਕ ਵਾਰ ਰੋਟੀ ਦੇਣ ਜਾਣਾ ਹੀ ਪੈਣਾ ਸੀ। ਦੂਸਰਾ ਪ੍ਰਸ਼ਨ ਹੈ, ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਲੱਗਦੀ ਸੀ ਤੇ ਕਿਉਂ? ਬੱਚਿਆਂ ਨੂੰ ਭੈ ਸਾਗਰ ਲੱਗਦਾ ਸੀ ਖੇਤ ਤੇ ਘਰ ਦੇ ਵਿਚਾਲੇ ਜਿਹੜੀ ਜਰਨੈਲੀ ਸੜਕ ਹੈ ਉਸ ਨੂੰ ਪਾਰ ਕਰਨਾ। ਕਿਉਂ ਲੱਗਦਾ ਸੀ? ਕਿਉਂਕਿ ਉਸ ਸੜਕ ਤੋਂ ਬਹੁਤ ਸਾਰੇ ਓਪਰੇ ਲੋਕ, ਪਠਾਨ, ਰਾਸ਼ੇ, ਜਾਂਗਲੀ ਹੈ ਜਿਹੜੇ ਉਹ ਲੰਘਦੇ ਰਹਿੰਦੇ ਸੀ। ਤੀਜਾ ਪ੍ਰਸ਼ਨ ਹੈ, ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਨੂੰ ਸਵਰਗ ਆਖਦਾ? ਤਾਂ ਲੇਖਕ ਹੈ ਜਿਹੜਾ ਉਹ ਕਹਿੰਦਾ ਸਵਰਗ ਤਾਂ ਸਿਰਫ ਖੇਡਣਾ ਹੀ ਸੀ, ਬਾਕੀ ਸਾਰੀਆਂ ਗੱਲਾਂ ਜਿਹੜੀਆਂ ਉਹ ਨਰਕ ਹੀ ਸੀ। ਉਹਦੇ ਵਿੱਚ ਖੇਤ ਰੋਟੀ ਦੇਣ ਜਾਣਾ ਪੈਂਦਾ ਸੀ ਜਿਹੜਾ ਉਹ ਰਾਹ, ਉਹ ਨਰਕ ਸੀ, ਜਾਂ ਮਦਰਸਾ ਜਿੱਥੇ ਅਸੀਂ ਜਾਂਦੇ ਸੀ, ਪੜ੍ਹਦੇ ਸੀ, ਉਹ ਵੀ ਨਰਕ ਸੀ। ਅੱਗੇ ਹੈ, ਲੇਖਕ ਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ? ਹੁਣ ਲੇਖਕ ਦੀ ਭੈਣ ਹੈ ਜਿਹੜੀ ਉਹ ਲੇਖਕ ਨੂੰ ਕਹਾਣੀ ਸੁਣਾਉਣ ਲੱਗ ਪੈਂਦੀ ਹੈ। ਕਹਾਣੀ ਸੁਣਾਉਣਾ ਉਹਨਾਂ ਨੇ ਇਹ ਢੰਗ ਲੱਭਿਆ ਕਿ ਕਹਾਣੀ ਸੁਣਨ ਸੁਣਾਉਣ ਦੇ ਲਾਲਚ ਦੇ ਵਿੱਚ ਅਸੀਂ ਸੜਕ ਪਾਰ ਕਰ ਜਾਵਾਂਗੇ। ਅੱਗੇ ਹੈ, ਭੈਣ ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ? ਹੁਣ ਸੜਕ ਦੇ ਨੇੜੇ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਦਰਖਤ ਦੇ ਹੇਠਾਂ ਤਾਂ ਕੋਈ ਓਪਰਾ ਵਿਅਕਤੀ ਪਿਆ। ਦੋਨੇ ਡਰ ਗਏ। ਤਾਂ ਲੇਖਕ ਦੀ ਭੈਣ ਨੇ ਉਹਨੂੰ ਦੱਸਿਆ ਕਿ ਜੇ ਉਹ ਆਪਾਂ ਨੂੰ ਕੁਝ ਕਹਿਣ ਲੱਗਿਆ ਆਪਾਂ ਕਹਾਂਗੇ ਸਾਨੂੰ ਨਾ ਕੁਝ ਕਹਿ, ਅਸੀਂ ਤਾਂ ਪੇਮੀ ਦੇ ਨਿਆਣੇ ਐ। ਤਾਂ ਆਪਣੀ ਮਾਂ ਦੇ ਨਾਂ ਦਾ ਆਸਰਾ ਲੈ ਕੇ ਉਹ ਸੜਕ ਪਾਰ ਕਰਨ ਵਿੱਚ ਸਫਲ ਹੋ ਗਏ। ਤੀਸਰਾ ਪ੍ਰਸ਼ਨ ਵਾਕ ਬਣਾਓ ਹੈ। ਇਹ ਤੁਸੀਂ ਮੈਨੂੰ ਪਤਾ ਹੈ ਆਪਣੇ ਆਪ ਹੀ ਵਾਕ ਬਣਾ ਲੈਣੇ ਹੈ, ਇਹ ਬਹੁਤ ਹੀ ਸੌਖੇ ਹੈ।